भताबुकारी जत होमा गर्भ नवारी। मिल संत सभा मन मांजिए भाई, हर के नाए नवास। जाके घर सब कुछ है भाई, नौनित भरे भंडारा। दिन राती राधो प्यारो, निमख न कीजे ढीला। संत सेवा कर भावनी लाइए, त्याग मान अठीला। हम कर नाम खजाना सदा है, भगत भरे भंडारा। भाग अठड़े हर संत तुम्हारे, जिन घर धन हर नामा। प्रवान गणी सेइए आए, सफल तना के काम। जन मरण दोहू मैं नाही, जन पर पकारी आए। जी दान दे भगती लायन, हरसों लैन मलाए। जिहा मनोरथ कर अराधा, सो संतन ते पावै। जब ते दर्शन भेटे साधु, भले दिन सो आए। महा आनंद सदा कर कीर्तन, पुरख विधाता पाए। बाबा जी अपनी बाणी अंदर किरपा करते। संतो यह बतावो कारी। रब दे प्यारिओ, इस दुनिया विच आके चुप ना बैठो। कोई यही जी कारी बताओ, जिहदे नाल साडी हौमा नवारी जावे। ये टुटियां रेड़ियां रूहां गुरु नालों, ओ गुरु नाल जुड़ जाण। उन्हां नूं सीधे रस्ते दा पता लग जावे। यही जी मेहर कर दिओ। संतो यह बतावो कारी, जित होमा गर्भ नवारी। मिल संत सभा मन मांजिए भाई, हर के नाए नवास। बाबा जी किरपा करदे सी, असी संतां दी सभा विच बैठ के अपने मन नूं झंझोला देना। हे मना, तू इस दुनिया ते आया बनज करन वास्ते आया। झूठा बनज नहीं करना, सच्चा बनज करना। गुरु चरना नाल जुड़ना, खंडे वाटे दा अंमृत छकना। महापुरुषां दी संगत करनी है, अपने मन नूं हलूणा देना। जे कोई अंदर माड़े फुरने है, उन्हां नूं कढना। चंगे फुरनियां नूं थां देना। बाबा जी किरपा करदे सी, आ बर्तन है, जे चंगी तरह पतीला ना मांजिया होवे, साफ सुथरा ना होवे, ओहदे विच जे कोई पदार्थ पावांगे, वो खट्टा हो जू जां खराब हो जावेगा। ओहदा ओहे जिहा रंग रूप ही नहीं रहना। ते जे साफ होवेगा, फिर जेड़ी ओहदे विच वस्तु पवेगी, वो भी ठीक रहेगी। ये मन नूं आए मांजना है। संतां दी सभा किहनूं कहा? जिथे कथा कीर्तन हुंदा होवे, गुरु साहब विराजमान होण, उथे सत सत दा निर्णय होवे। उथे फिर बाबा जी ने बचन कीता, मिल संत सभा मन मांजिए भाई, हर के नाए नवास। हरि दे घर विच निवास होवे। जाके घर सब कुछ है भाई,
ਕਿਹਦੇ ਘਰ ਵਿੱਚ ਸਭ ਕੁਝ ਹੈ? ਗੁਰੂ ਨਾਨਕ ਦੇ ਘਰ ਵਿੱਚ। ਇਹ ਬਾਬਾ ਜੀ ਦੇ ਘਰ ਵਿੱਚ ਇੱਥੋਂ ਸਾਰੀਆਂ ਦਾਤਾਂ ਮਿਲਦੀਆਂ। ਜਾ ਕੇ ਘਰ ਸਭ ਕੁਝ ਹੈ ਭਾਈ, ਨੌਨਿਤ ਭਰੇ ਭੰਡਾਰਾ। ਜਿੱਥੇ ਬੇਅੰਤ ਭੰਡਾਰੇ ਹੋਣ ਉਹ ਫਿਰ ਮਿਲਦੇ ਕਿਵੇਂ ਐ? ਆਪਣੇ ਮਾਲਕ ਨੂੰ ਯਾਦ ਕੀਤਿਆਂ। ਇੱਕ ਟਾਈਮ ਨਹੀਂ, ਕਿਵੇਂ ਯਾਦ ਕੀਤਿਆਂ? ਦਿਨ ਰਾਤੀ। ਬਾਣੀ ਹੈ ਬਾਬਾ ਜੀ ਦੀ, ਦਿਨ ਰਾਤੀ ਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਆਪਣੇ ਪਿਆਰੇ ਨੂੰ ਰਾਧਣ ਤੋਂ ਨਿਮਖ ਭਰ ਵੀ ਢਿੱਲ ਨਹੀਂ ਕਰਨੀ। ਜਿਹੜੇ ਲੋਕ ਢਿੱਲ ਕਰਦੇ ਆ, ਆਲਸ ਕਰਦੇ ਆ, ਘੌਲ ਕਰਦੇ ਆ, ਡਿਊਟੀ ਦੇ ਪਾਬੰਦ ਨਹੀਂ, ਉਹ ਫਿਰ ਫੇਲ ਹੋ ਜਾਂਦੇ ਆ। ਫੇਲ ਆ ਸਕੂਲਾਂ ਵਿੱਚ ਕੌਣ ਫੇਲ ਹੁੰਦਾ ਹੈ? ਜਿਹੜਾ ਬੱਚਾ ਚੰਗੀ ਪੜ੍ਹਾਈ ਨਹੀਂ ਕਰਦਾ, ਟਾਈਮ ਤੇ ਸਕੂਲ ਵਿੱਚ ਨਹੀਂ ਜਾਂਦਾ ਤੇ ਉਹ ਪਾਸੇ ਆਸੇ ਫਿਰਦਾ ਰਹਿੰਦਾ, ਧੱਕੇ ਖਾਂਦਾ, ਉਹ ਫਿਰ ਫੇਲ ਹੋ ਜਾਂਦਾ। ਬਾਬਾ ਜੀ ਨੇ ਆਪਣੀ ਬਾਣੀ ਅੰਦਰ ਕਿਰਪਾ ਕੀਤੀ ਹੈ। ਦਿਨ ਰਾਤੀ ਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਨਿਮਖ ਭਰ ਵੀ ਢਿੱਲ ਨਹੀਂ ਕਰਨੀ। ਸੰਤ ਸੇਵਾ ਕਰ ਭਾਵਨੀ ਲਾਈ ਹੈ। ਸੰਤਾਂ ਦੀ ਸੇਵਾ ਵਿੱਚੋਂ ਕੀ ਮਿਲਦਾ ਹੈ? ਬੜੀਆਂ ਦਾਤਾਂ ਮਿਲਦੀਆਂ। ਕੋਈ ਕਰਕੇ ਵੇਖੇ, ਕੁਛ ਸਮਾਂ ਵੀ ਕਰ ਲਵੇ, ਫਿਰ ਵੀ ਦਾਤਾਂ ਪ੍ਰਾਪਤ ਹੁੰਦੀਆਂ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ। ਆ ਜਿਹੜੇ ਖੰਡ ਪਾਠ ਚੱਲ ਰਹੇ ਆ, 30 ਖੰਡ ਪਾਠਾਂ ਦੇ ਕੱਲ ਨੂੰ ਭੋਗ ਪੈਣੇ ਆ। ਉਹ ਧੰਨ ਧੰਨ ਬਾਬਾ ਈਸਰ ਸਿੰਘ ਜੀ, ਬਾਬਾ ਨਰਾਇਣ ਸਿੰਘ ਜੀ, ਉਹਨਾਂ ਨੂੰ ਸਮਰਪਿਤ ਹੈ ਉਹ ਪਾਠ। ਜਿਵੇਂ ਝੋਲਣੀ ਹੋਏ ਆ ਤੇ ਅੱਜ ਨਾਨਕਸਰ ਵਿੱਚ ਵੀ ਇਹ ਸ਼ੁਰੂਆਤ ਹੋਈ ਹੈ। ਬਾਬਾ ਜੀ ਨੇ ਕਿਰਪਾ ਕੀਤੀ ਹੈ। ਕੇਰਾਂ ਦਾ ਜ਼ਿਕਰ ਹੈ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੰਦੇੜ ਸਾਹਿਬ ਗਏ ਹੋਏ ਆ। ਨਾਲ ਸਿੱਖ ਸੰਗਤਾਂ ਬਹਿੰਗੋਂ ਬਹੁਤ ਹੈ। ਬਾਬਾ ਸਾਧੂ ਸੋ ਹੋਣੀ ਵੀ ਨਾਲ ਸੀ ਤੇ ਹੋਰ ਵੀ ਹਜੂਰੀਏ ਨਾਲ ਸੀ। ਇੰਦਰ ਸਿੰਘ ਹੁੰਦਾ ਸੀ ਅਚਰ ਵਾਲੀਆ, ਉਹ ਵੀ ਨਾਲ ਸੀ ਗੱਡਾ। ਤੇ ਉਸ ਟਾਈਮ ਤੇ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨਿਹੰਗ ਸਿੰਘ ਹੁੰਦੇ ਸੀ। ਜਦੋਂ ਬਾਬਾ ਜੀ ਉੱਥੇ ਗਏ ਹੋਏ ਸੀ ਤਾਂ ਬਾਬਾ ਜੀ ਦਾ ਫੁਰਨਾ ਬਣਿਆ ਬਈ ਸਾਡੇ ਇਲਾਕੇ ਦੇ ਪਿੰਡ ਝੋਰੜਾ ਦੇ ਬਾਬਾ ਈਸਰ ਸਿੰਘ ਜੀ ਮਹਾਰਾਜ ਆਏ ਆ। ਮੈਂ ਕਿਉਂ ਨਾ ਉਹਨਾਂ ਵਾਸਤੇ ਵਧੀਆ ਪ੍ਰਸ਼ਾਦਾ ਬਣਾ ਕੇ ਲਿਜਾਵਾਂ। ਮਿੱਸਾ, ਹਰੇ ਬਾਈ, ਭੂਕਾਂ, ਗੰਢੇ, ਧਨੀਆ, ਸਾਰੀ ਚੀਜ਼ ਪਦਾਰਥ ਪਾ ਕੇ ਵਿੱਚ। ਬਾਬਾ ਜੀ ਦੱਸਦੇ ਹੁੰਦੇ ਸੀ, ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਆਪ, ਬਈ ਅਸੀਂ ਉੱਥੇ ਚੁੱਲ੍ਹਾ ਬਣਾਇਆ, ਵਧੀਆ ਜਗ੍ਹਾ ਸਾਫ਼ ਕੀਤੀ ਤਾਂ ਉਸ ਜਗ੍ਹਾ ਤੇ ਸਾਡਾ ਵਿਵੇਕ ਦਾ ਪਹਿਰਾ ਹੁੰਦਾ ਸੀ। ਵਿਵੇਕ ਦਾ ਕਹਿੰਦੇ ਆ ਨਿਹੰਗ ਸਿੰਘ ਜੀ ਨਾਲ ਦਾ ਸੁੱਚਮ ਪੂਰੀ ਹੋਵੇ ਤੇ ਵੀ ਫਿਰ ਅਸੀਂ ਮਿੱਸਾ ਆਟਾ ਤੇ ਸਾਰਾ ਦੇਸੀ ਘਿਓ ਤੇ ਬਹੁਤ ਸੋਹਣਾ ਬਾਬਾ ਜੀ ਵਾਸਤੇ ਫਿਰ ਪ੍ਰਸਾਦਾ ਤਿਆਰ ਕੀਤਾ। ਵੱਡਾ ਪ੍ਰਸਾਦਾ ਦੇਸੀ ਘਿਓ ਲਾ ਕੇ ਚੰਗੀ ਤਰ੍ਹਾਂ ਫਿਰ ਅਸੀਂ ਉਹਨੂੰ ਦੂਰਾ ਕਰ ਲਿਆ ਪ੍ਰਸਾਦੇ ਨੂੰ। ਅਸੀਂ ਸੋਚਿਆ ਵੀ ਕਾਹਦੇ ਵਿੱਚ ਲੈ ਕੇ ਜਾਈਏ। ਸਾਡੇ ਕੋਲੇ ਚਿੱਟੀ ਦਸਤਾਰ ਸੀ,
ਉਹਦੇ ਵਿੱਚ ਅਸੀਂ ਪ੍ਰਸਾਦਾ ਦੂਰਾ ਲਵੇਟ ਕੇ ਤੇ ਲੈ ਗਏ। ਜਦੋਂ ਬਾਬਾ ਜੀ ਦੇ ਕੋਲੇ ਗਏ, ਸਵੇਰ ਦਾ ਟਾਈਮ ਸੀਗਾ, 7:30-8 ਵਜੇ ਦਾ, ਤਾਂ ਸੇਵਾਦਾਰ ਮੂਹਰੋਂ ਆਇਆ, ਬਈ ਨਿੰਗ ਸਿਆ ਕੀ ਲਿਆਇਆ? ਬਾਬਾ ਜੀ ਨੇ ਸਤਨਾਮ ਦਾ ਵਾਜਾ ਦਿੱਤਾ। ਕਹਿਣ ਲੱਗੇ, ਜੀ ਮੈਂ ਬਾਬਾ ਜੀ ਵਾਸਤੇ ਪ੍ਰਸਾਦਾ ਲਿਆਇਆ ਸਕਣ ਨੂੰ। ਮੇਰਾ ਵਿਵੇਕ ਦਾ ਪਹਿਰਾ ਹੈ, ਬਹੁਤ ਸੁੱਚਮ ਨਾਲ, ਬੜੇ ਸਤਿਕਾਰ ਨਾਲ ਨਵਾਂ ਚੁੱਲ੍ਹਾ ਚੌਂਕਾ ਬਣਾ ਕੇ ਐ ਬਾਬਾ ਜੀ ਵਾਸਤੇ ਪ੍ਰਸਾਦਾ ਬਣਾਇਆ। ਬਾਬਾ ਜੀ ਨੂੰ ਛਕਾਉਣਾ ਹੈ। ਉਹ ਜਿਹੜਾ ਸਿੰਘ ਸੀ ਅਚਰਾਲ ਦਾ, ਉਹ ਕਹਿਣ ਲੱਗਿਆ, ਨਿੰਗ ਸਿਆ ਐ ਬਾਬਾ ਜੀ ਪ੍ਰਸਾਦਾ ਨਹੀਂ ਸਕਦੇ। ਪ੍ਰਸਾਦਾ ਇੱਕ ਸੰਗੀਆਂ ਦਾ ਆਉਣਾ, ਉਹ ਆਵੇਗਾ, ਫਿਰ ਥਾਲ ਲੱਗੇਗਾ ਤੇ ਫਿਰ ਇਹ ਪ੍ਰਸਾਦਾ ਤੇਰਾ, ਫਿਰ ਪ੍ਰਸਾਦਾ ਬਾਬਾ ਜੀ ਨੂੰ ਜਾਵੇਗਾ। ਉਹ ਕਹਿੰਦੇ, ਬਾਬਾ ਜੀ ਤੁਸੀਂ ਬਾਬਾ ਜੀ ਕੋਲੇ ਮੈਨੂੰ ਭਗਤਾ ਦਿਓ, ਮੈਨੂੰ ਦਰਸ਼ਨ ਤਾਂ ਕਰਾਓ। ਤੇ ਹੁਣ ਉਹ ਕਮਰਾ ਇੱਕ ਅੱਗੇ ਸੀ, ਇੱਕ ਪਿੱਛੇ ਸੀ। ਪਿੱਛੇ ਕਮਰੇ ਦੇ ਵਿੱਚ ਬਾਬਾ ਜੀ ਦਾ ਆਸਣ ਸੀ। ਬਾਬਾ ਜੀ ਨੂੰ ਸੁਣ ਗਿਆ। ਬਾਬਾ ਜੀ ਕਹਿੰਦੇ, ਵੀ ਕੌਣ ਹੈ? ਬਾਬਾ ਜੀ ਨੂੰ ਕਹਿਣ ਲੱਗਿਆ, ਉਹ ਭਾਈ, ਬਈ ਜੀ ਨਿੰਗ ਸਿੰਘ ਹੈ ਕੋਈ, ਪ੍ਰਸ਼ਾਦਾ ਲੈ ਕੇ ਆਇਆ, ਦਸਤਾਰ ਵਿੱਚ ਲਵੇਟਿਆ ਹੋਇਆ। ਕਹਿੰਦਾ ਬਾਬਾ ਜੀ ਨੂੰ ਛਕਾਉਣਾ। ਮੇਰਾ ਪਿੰਡ ਮਾਣੂ ਕੇ ਆ ਤੇ ਬਾਬਾ ਜੀ ਸਾਡੇ ਨੇੜਲੇ ਪਿੰਡ ਦੇ ਆ, ਝੋਰੜਾਂ ਦੇ ਆ। ਮੇਰਾ ਵਿਵੇਕ ਦਾ ਪਹਿਰਾ ਹੈ। ਬਾਬਾ ਜੀ ਕਹਿੰਦੇ, ਆ ਲੈਣ ਦੇ। ਫਿਰ ਬਾਬਾ ਜੀ ਨੇ ਬਚਨ ਕੀਤੇ, ਨਾਲੇ ਤਾਂ ਪ੍ਰਸਾਦਾ ਛਕਿਆ, ਆਪਣੇ ਪੱਟਾਂ ਉੱਤੇ ਰੱਖ ਕੇ ਹੱਥ ਧੋ ਕੇ ਬਾਬਾ ਜੀ ਨੇ ਉਵੇਂ ਜਿਵੇਂ ਕੁਛ ਪ੍ਰਸਾਦਾ ਵਾਪਸੀ ਬਾਬਾ ਜੀ ਨੂੰ ਫੜਾ ਦਿੱਤਾ। ਫਿਰ ਬਾਬਾ ਜੀ ਨੇ ਪੁੱਛਿਆ, ਬਈ ਇੱਕ ਉਥੇ ਸਾਹੂ ਕੇ ਹੁੰਦੇ ਸੀ? ਹਾਂ ਬਾਬਾ ਜੀ, ਉਹ ਅਸੀਂ ਹੋਈ ਆ। ਅੱਛਾ, ਤੇ ਸਾਡਾ ਗੱਡਾ ਕੱਢਿਆ ਸੀ ਉਹਨਾਂ ਨੇ, ਬੂਟਾ ਸੋਹਣੀ ਬੁੜੇ ਹੁੰਦੇ ਸੀ। ਬਾਬਾ ਜੀ ਕਹਿਣ ਲੱਗੇ, ਹਾਂ ਬਾਬਾ ਈਸਰ ਸਿੰਘ ਜੀ ਮਹਾਰਾਜ ਨੂੰ। ਬਾਬਾ ਜੀ ਉਹ ਦਾਸ ਦੇ ਪਿਤਾ ਜੀ ਸੀ। ਬਾਬਾ ਈਸਰ ਸਿੰਘ ਜੀ ਕਹਿਣ ਲੱਗੇ, ਅਸੀਂ ਗੱਡੇ ਤੇ ਬੈਠੇ ਸੀ, ਜਦੋਂ ਗੱਡਾ ਅਸੀਂ ਲੈ ਕੇ ਜਾ ਰਹੇ ਸੀ ਤੇ ਤੁਹਾਡੇ 12 ਮੂਹਰੇ ਚਾਲਾ ਸੀ ਬਹੁਤ ਵੱਡਾ। ਉਹ ਚਾਲੇ ਵਿੱਚ ਗੱਡਾ ਖੁੱਭ ਗਿਆ, ਸਮਾਨ ਦਾ ਭਰਿਆ ਹੋਇਆ ਸੀ, ਬਲਦਾਂ ਤੋਂ ਨਿਕਲਿਆ ਨਾ। ਅਸੀਂ ਉੱਥੇ ਪੁੱਛਿਆ, ਵੀ ਇੱਥੇ ਕਿਸੇ ਦੇ ਬਲਦ ਤਕੜੇ ਹੋਣ ਤੇ ਗੱਡਾ ਕਿਵੇਂ ਨਿਕਲੇਗਾ? ਫਿਰ ਉਹਨਾਂ ਬੰਦਿਆਂ ਨੇ ਦੱਸਿਆ, ਸਾਹੂ ਕੇ ਬਲਦ ਹੈ, ਉਹ ਬਹੁਤ ਤਕੜੇ ਬਲਦ ਹੈ, ਉਹ ਤਾਂ ਜੋੜ ਸਾਰੀ ਕੱਢ ਦੇਣਗੇ। ਫਿਰ ਕਹਿੰਦੇ, ਅਸੀਂ ਤੁਹਾਡੇ ਬਲਦ ਮੰਗਾਏ ਘਰੋਂ, ਤੇ ਫਿਰ ਗੱਡਾ ਸਾਡਾ ਉਦੋਂ ਹੀ ਨਿਕਲ ਗਿਆ। ਤੇ ਅਸੀਂ ਬਈ ਉਹ ਬਚਨ ਵੀ ਕੀਤਾ ਸੀ, ਬਈ ਤੁਸੀਂ ਬੁੜਿਓ ਸਾਡਾ ਗੱਡਾ ਕੱਢਿਆ, ਅਸੀਂ ਕਿਤੇ ਸਮਾਂ ਆਇਆ ਸੋਡਾ ਗੱਡਾ ਕੱਢਾਂਗੇ। ਹੁਣ ਇਹਨਾਂ ਰਾਮਜਾਂ ਨੂੰ ਕੌਣ ਸਮਝੇ? ਇਹ ਤਾਂ ਕੋਈ ਰਾਮਜਾਂ ਸਮਝਣ ਵਾਲਾ ਹੀ ਸਮਝ ਸਕਦਾ। ਬਾਬਾ ਜੀ ਨੇ ਉੱਥੇ ਉਹ ਬਚਨ ਦੱਸਿਆ, ਬਈ ਸੀ ਆਏ ਕਿਹਾ ਸੀ, ਤੇ ਸਮਾਂ ਨਿਕਲ ਗਿਆ। ਬਾਬਾ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਝੋਰੜੀ ਆ ਗਏ, ਬਾਬਾ ਜੀ ਕੋਲੇ ਜਾਣ ਆਉਣ ਲੱਗ ਗਏ। ਬਾਬਾ ਨਰਾਇਣ ਸਿੰਘ ਜੀ ਮਹਾਰਾਜ ਤੇ ਸਨ 50 ਵਿੱਚ ਫਿਰ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਆ ਜੰਗਲਾਂ 'ਚ ਮੰਗਲ ਲਾਏ। ਇਸ ਧਰਤੀ ਤੇ ਪਹਿਲਾਂ ਕੱਚੀ ਜਗ੍ਹਾ ਬਣੀ ਹੁੰਦੀ ਸੀ, ਭੋਰੇ ਵੀ ਕੱਚੇ ਸੀ, ਸਾਰੀ ਜਗ੍ਹਾ ਕੱਚੀ ਸੀ। ਤੇ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਇਹ ਜਗ੍ਹਾ ਨੂੰ ਤਮੀਲ ਕਰਾਇਆ। ਸਨ 50 ਵਿੱਚ ਆ ਕੇ ਪਹਿਲਾਂ ਸਰੋਵਰ ਬਣਾਇਆ, ਫਿਰ ਬਾਬਾ ਜੀ ਨੇ ਗੁਰਦੁਆਰਾ ਸ਼ੁਰੂ ਕੀਤਾ। ਉਦੋਂ ਡਾਕਟਰ ਆਉਂਦੇ ਸੀ, ਬਾਬਾ ਜੀ ਕੁਛ ਢਿੱਲੇ ਹੋ ਜਾਂਦੇ ਸੀ।
ਬਾਬਾ ਈਸਰ ਸਿੰਘ ਜੀ ਮਹਾਰਾਜ ਬਾਬਾ ਜੀ ਨੂੰ ਡਾਕਟਰਾਂ ਨੇ ਕਿਹਾ ਬਈ ਤੁਸੀਂ ਬਾਬਾ ਜੀ ਪਾਣੀ ਤੁਹਾਡੇ ਜਿਹੜਾ ਇੱਥੋਂ ਦਾ ਮਾਪਕ ਨਹੀਂ, ਜਾਂ ਤਾਂ ਝੋਲਡੀ ਜਾ ਕੇ ਰਹੋ ਤੇ ਜਾਂ ਉਤੋਂ ਜਲ ਮੰਗਾ ਲਿਆ ਕਰੋ ਛਕਣ ਵਾਸਤੇ। ਫਿਰ ਬਾਬਾ ਜੀ ਨੇ ਕਿਰਪਾ ਕੀਤੀ। ਇੱਕ ਆਪਣੇ ਹਰਚੰਦ ਸਿੰਘ ਹੁੰਦਾ ਸੀ ਵਜ਼ੀਰ, ਉਹ ਬਾਬਾ ਜੀ ਦਾ ਸ਼ਰਧਾਲੂ ਸੀ ਤੇ ਬਾਬਾ ਜੀ ਨੇ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਬਈ ਕੋਈ ਇਹੋ ਜਿਹਾ ਮੁੰਡਾ ਹੋਵੇ ਚੰਗਾ ਅੰਮ੍ਰਿਤ ਧਾਰੀ, ਅਣਖ ਵਾਲਾ, ਇੱਜ਼ਤ ਵਾਲਾ, ਜਿਹੜਾ ਜਲ ਲਿਆ ਸਕਦਾ ਹੋਵੇ ਰੋਜ਼, ਇਹੋ ਜਿਹਾ ਸੇਵਾਦਾਰ ਭਾਲੋ। ਸਾਨੂੰ ਜਲ ਦੀ ਬੜੀ ਲੋੜ ਹੈ, ਹੁਣ ਅਸੀਂ ਇੱਥੇ ਰਹਿਣਾ ਹੈ, ਸਾਡੇ ਲਈ ਗੁਰੂ ਸਾਹਿਬ ਦਾ ਹੁਕਮ ਇੱਥੇ ਰਹਿਣ ਦਾ ਹੈ। ਤੇ ਫਿਰ ਬਾਬਾ ਜੀ ਨੂੰ ਪ੍ਰੇਰਨਾ ਕੀਤੀ ਉਸ ਵਜ਼ੀਰ ਨੇ। ਬਾਬਾ ਜੀ ਨੂੰ ਪੁੱਛਿਆ, ਬਾਬਾ ਜੀ ਕਹਿੰਦੇ ਹਾਂ ਮੈਂ ਲੈ ਕੇ ਆਇਆ ਕਰੂੰਗਾ ਜਲ। ਤੇ ਬਾਬੇ ਬਾਬਾ ਸਿੰਘ ਉਹਨਾਂ ਨੂੰ ਪੁੱਛਿਆ, ਉਹ ਵੀ ਕਹਿੰਦੇ ਨਰਾਇਣ ਸਿੰਘ ਜੀ ਇਹ ਜਿਹੜਾ ਸਮਾਂ ਹੈ ਇਹ ਕਿਸੇ ਟਾਈਮ ਹੀ ਮਿਲਦਾ ਭਾਗਾਂ ਵਾਲੇ ਜੀ ਨੂੰ, ਨਾਲੇ ਬਾਬਾ ਜੀ ਦਾ ਆਪ ਹੁਸ਼ਿਆਰਾ ਹੈ ਤੁਹਾਡੇ ਵੱਲ ਤੇ ਤੁਸੀਂ ਲੈ ਕੇ ਆਓ ਇਹ ਜਲ। ਤਾਂ ਬਾਬਾ ਜੀ ਨੇ ਜਲ ਲਿਆਉਣਾ ਸ਼ੁਰੂ ਕੀਤਾ। ਆ ਨਾਨਕਸਰ ਕਲੇਰਾਂ ਤੋਂ ਜਾਣਾ ਤੇ ਝੋਲਡਾ ਤੋਂ 10 ਵਜੇ ਪਹੁੰਚ ਕੇ ਉੱਥੇ ਰਾਤ ਨੂੰ ਤੇ 2 ਘੰਟੇ ਆਰਾਮ ਕਰਕੇ ਫੇਰ ਚੱਲ ਪੈਣਾ। 5:30 ਵਜੇ ਫੇਰ ਆ ਜਾਣਾ। ਉਹ ਗਾਗਰ ਬਾਬਾ ਜੀ ਨੇ ਘਰੇ ਮਾਤਾ ਕੋਲੇ ਸੀ, ਪਿੱਤਲ ਦੀ ਗਾਗਰ, ਅੱਜ ਨਾਨਕਸਰ ਵਿੱਚ ਆ ਉਹ ਗਾਗਰ ਕਢਾਈ। ਜਦੋਂ 2 ਦਿਨ ਹੋ ਗਏ ਬਾਬਾ ਜੀਆਂ ਨੂੰ ਪਾਣੀ ਲਿਆਉਂਦਿਆਂ ਨੂੰ, ਫਿਰ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਅੰਦਰ ਸੱਦਿਆ। ਕਹਿਣ ਲੱਗੇ ਬਈ ਨਰਾਇਣ ਤੈਨੂੰ ਯਾਦ ਹੈ ਵੀ ਤੂੰ ਪ੍ਰਸਾਦਾ ਲਿਆ ਸੀ ਸਾਡੇ ਵਾਸਤੇ? ਹਾਂ ਬਾਬਾ ਜੀ ਮੇਰੇ ਯਾਦ ਹੈ, ਆਪ ਜੀ ਨੂੰ ਸਿਖਾਇਆ ਸੀ ਉੱਥੇ ਹਜੂਰ ਸਾਹਿਬ। ਬਾਬਾ ਜੀ ਕਹਿੰਦੇ ਵੀ ਜੇ ਉਹੋ ਜਿਹਾ ਪ੍ਰਸਾਦਾ ਬਣਾ ਕੇ ਲਿਆਇਆ ਕਰੇ ਨਾ ਫੇਰ ਸਵਾਦ ਵਾਲੀ ਗੱਲ ਆ ਸਵੇਰ ਵੇਲੇ। ਕਹਿੰਦੇ ਜੀ 7 ਵਚਨ ਬਾਬਾ ਜੀ ਨੇ ਸ਼ੁਰੂ ਕਰ ਦਿੱਤਾ। ਸਾਰੇ ਹਰੇ ਬਾਈ ਆਪ ਬਾਬਾ ਜੀ ਲੈ ਕੇ ਜਾਇਆ ਕਰਨ। ਘਰੇ ਜਾਂਦਿਆਂ ਨੂੰ ਮਾਤਾ ਤਿਆਰ ਹੋਇਆ ਕਰੇ 2-2:30 ਵਜੇ ਤੇ ਉੱਥੇ ਦਵਾ ਦਵ ਪ੍ਰਸ਼ਾਦਾ ਤਿਆਰ ਕਰਾ ਕੇ ਗਾਗਰ ਉੱਪਰ ਰੱਖ ਕੇ ਚੱਲ ਪੈਣਾ ਬਾਬਾ ਜੀ ਨੇ। ਆਏ ਬਾਬਾ ਜੀਆਂ ਨੇ ਸੇਵਾ ਕੀਤੀ। ਕਲਯੁਗ ਨੇ ਵੀ ਬੜੇ ਡਿੱਕੇ ਲਾਏ, ਢੱਠੇ ਵੀ ਰਸਤਿਆਂ ਵਿੱਚ ਖੜੇ, ਸੱਪ ਵੀ ਰਸਤਿਆਂ ਵਿੱਚ ਖੜੇ, ਪਾਣੀ ਦੇ ਵੀ ਚੁੰਬੇ ਲੱਗੇ, ਪਰ ਇਹ ਮਹਾਨ ਜਿਹੜੀ ਸੇਵਾ ਸੀ ਇਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਆਪਣੇ ਅਨਲ ਸੇਵਕ ਤੋਂ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਤੋਂ 7 ਸਾਲ ਕਰਵਾਈ। ਜਿਹਦੇ ਤੇ ਕਿਰਪਾ ਹੋਵੇ ਉਹੀ ਕਰ ਸਕਦੇ ਆ। ਕਈ ਮੇਰੇ ਵਰਗੇ ਬੱਗੂ ਗੋਸੇ ਖਾਣ ਵਾਲੇ ਬਹੁਤ ਹੁੰਦੇ ਸੀ। ਜਦੋਂ ਬਾਬਾ ਜੀ ਨੇ ਕੋਈ ਜ਼ੋਰ ਦਾ ਕੰਮ ਸ਼ੁਰੂ ਕਰਾਉਣਾ ਉਦੋਂ ਲੁਕ ਜਾਣਾ। ਜੇ ਬਾਬਾ ਜੀ ਨੇ ਇਸ਼ਾਰਾ ਕਰ ਦੇਣਾ ਆ ਜਾਓ ਬਈ ਤੁਸੀਂ ਹਜੂਰੀਏ ਵੀ ਇੱਧਰ, ਤਾਂ ਫਿਰ ਕੀ ਕਹਿ ਦੇਣਾ ਸਾਥੋਂ ਇੱਕ ਹੀ ਕੰਮ ਹੋਵੇਗਾ, ਜਾਂ ਇੱਧਰ ਕਰਾ ਲਓ ਜਾਂ ਇੱਧਰ ਕਰਾ ਲਓ। ਤੇ ਬਾਬਾ ਜੀ ਨੇ ਫਿਰ ਕਹਿਣਾ ਦੇਖ ਲਾ ਬਈ ਕੀ ਬੋਲਦੇ ਆ। ਇਹੋ ਜਿਹੇ ਲੋਕ ਵੀ ਵਿੱਚ ਹੁੰਦੇ ਸੀ, ਪਰ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਬਾਬਾ ਈਸਰ ਸਿੰਘ ਜੀ ਕੋਲੇ ਡਾਂਗ ਲੈ ਕੇ ਖੜਦੇ ਸੀ ਤੇ ਉਹਨਾਂ ਚਿਰ ਢੂਹੀ ਨਹੀਂ ਸੀ ਸਿੱਧੀ ਹੋਣ ਦਿੰਦੇ ਜਿੰਨਾ ਚਿਰ 200 ਆਪਣੇ ਸੀਮੈਂਟ ਦੀ ਜਿਹੜੀ ਬਜਰੀ ਪਾਇਆ ਹੁੰਦਾ ਸੀ ਘੋਲ ਉਹ ਪੈ ਨਾ ਜਾਵੇ ਉੱਪਰ। ਹੁਣ ਤਾਂ ਮਸ਼ੀਨਾਂ ਲੱਗਦੀਆਂ ਮੌਜਾਂ, ਉਦੋਂ ਸਾਰਾ ਕੁਝ ਕਈਆਂ ਨਾਲ ਕਰਨਾ ਪੈਂਦਾ ਸੀ। ਸੰਗਤਾਂ ਆਪਣੇ ਸਿਰਾਂ ਉੱਪਰ ਕੜਾਈਏ ਰੱਖ ਕੇ ਲਿਜਾਂਦੀਆਂ ਸੀ। ਇਹ ਬਾਬਾ ਜੀ ਦੀ ਕਿਰਪਾ ਸੀ। ਇਹ ਜਿਹੜੀ ਗੁਰਪੀਰਾਂ ਦੀ ਚਾਕਰੀ ਹੈ
ਇਹ ਕਰੜੀ ਵੀ ਬੜੀ ਹੈ ਤੇ ਫਿਰ ਮੇਰਾ ਵੀ ਬੜੀਆਂ ਹੁੰਦੀਆਂ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ, ਫਿਰ ਸੁੱਖਾਂ ਦੇ ਸਾਰ ਵੀ ਬਣ ਜਾਂਦੀ ਹੈ। ਆਏ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਬਾਬਾ ਜੀ ਤੋਂ ਮਹਾਨ ਸੇਵਾ ਲਈ। ਆ ਨਾਨਕਸਰ ਦੇ ਵਿੱਚ ਜਿੰਨੀਆਂ ਬਿਲਡਿੰਗਾਂ ਬਾਬਾ ਜੀ ਦੀ ਮੌਜੂਦਗੀ ਵਿੱਚ ਜਿੰਨਾ ਗੁਰੂ ਘਰ ਬਣਿਆ, ਸਭ ਬਾਬਾ ਜੀ ਦੇ ਹੱਥੀਂ। ਸਾਰਾ ਸੀਮਿੰਟ, ਰੇਤਾ, ਬਜਰੀਆਂ ਸਭ ਬਾਬਾ ਜੀ ਮੂਹਰੇ ਲਾ ਕੇ ਕਰਦੇ ਸੀ, ਸੰਗਤਾਂ ਨੂੰ ਲਾਉਂਦੇ ਸੀ। ਛਿਹਾਰੇ ਜਿਵੇਂ ਬਾਬਾ ਜੀ ਕਰ ਦਿੰਦੇ ਸੀ। ਇੱਧਰ ਪੱਥਰ ਦੀ ਡਿਊਟੀ ਹੈ, ਇੱਧਰ ਆਹ ਡਿਊਟੀ ਹੈ। ਤੇ ਇਸ ਤਰ੍ਹਾਂ ਭਾਈ ਇਹ 5 ਮੰਜ਼ਲਾ ਗੁਰਦੁਆਰਾ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਬਣਾਇਆ। ਤੇ 53 ਦੇ ਵਿੱਚ ਫਿਰ ਬਾਬਾ ਜੀ ਨੇ ਉੱਪਰ ਸਿਉਨੇ ਦੇ ਕਲਸ਼ ਲਵਾਏ। ਬਾਬਾ ਜੀ ਕਹਿੰਦੇ ਸੀ ਮੇਰੇ ਮਾਲਕ ਦੀ ਬਾਬਾ ਨੰਦ ਸਿੰਘ ਜੀ ਦੀ ਦਸਤਾਰ ਹੈ, ਇਹ ਤੇ ਸਿਉਨਾ ਲਾਉਣਾ। ਕਲਸ਼ ਨੂੰ ਦਸਤਾਰ ਦੱਸਦੇ ਸੀ। 53 ਦਾ ਲੱਗਿਆ ਤੇ ਹੁਣ ਦੁਬਾਰੇ ਲੱਗਿਆ ਭਾਈ। ਤੇ ਇਸ ਤਰ੍ਹਾਂ ਭਾਈ ਜਿਹੜੇ ਇਹ ਤਾਂ ਸੰਗਤਾਂ ਦੇ ਭਲੇ ਵਾਸਤੇ ਜਿਹੜੀਆਂ ਸੇਵਾਵਾਂ ਹੁੰਦੀਆਂ ਇਹ ਕਿਉਂ ਖੁੱਲਦੀਆਂ? ਸੰਗਤਾਂ ਦੇ ਭਲੇ ਵਾਸਤੇ ਖੁੱਲਦੀਆਂ। ਆ ਸੰਗਤ ਹੁਣ ਨਾ ਆਪਣੇ ਝੋਰਾਂ ਦੀ ਧਰਤੀ ਤੇ 13 ਮੰਜ਼ਲੇ ਸਥਾਨ ਤੇ ਤੁਕ ਤੁਕ ਵਾਲੇ ਸੰਪਟ ਅਖੰਡ ਪਾਠ 5 ਨਾਲ ਸ੍ਰੀ ਜਪਜੀ ਸਾਹਿਬ ਦਾ ਅਖੰਡ ਪਾਠ ਤੁਕ ਤੁਕ ਵਾਲਾ ਤੇ ਇਸ ਤਰ੍ਹਾਂ 6 ਪਾਠ ਉੱਥੇ ਹੋਏ ਤੇ 186 ਅਖੰਡ ਪਾਠ ਉਹ ਬਾਬਾ ਜੀ ਦੀ ਵਰਸੀ ਦੀ ਯਾਦ ਵਿੱਚ ਹੋਏ। ਤੇ ਇਸ ਤਰ੍ਹਾਂ ਬਾਬਾ ਜੀ ਨੇ ਕਈ ਗੇਰੀ ਬਚਨ ਕਰਦਿਆਂ ਕਹਿਣਾ ਬਈ ਸਾਡਾ ਸਮਾਂ ਤਾਂ ਬਾਬਾ ਜੀ ਦੇ ਸਮੇਂ ਨਾਲ ਹੀ ਮਿਲ ਜਾਣਾ। ਕਿਸੇ ਨੂੰ ਕੀ ਪਤਾ ਸੀ ਵੀ ਇਹ ਸਮਾਂ ਕਿਵੇਂ ਮਿਲ ਜਾਣਾ? ਕੋਈ ਨਹੀਂ ਸੀ ਸਮਝਦਾ ਇਸ ਗੱਲ ਨੂੰ। ਤੇ ਕਈ ਗੇਰੀ ਬਾਬਾ ਜੀ ਨੇ ਬਚਨ ਕੀਤੇ ਆ ਬਈ ਸਾਡਾ ਸਮਾਂ ਤਾਂ ਬਾਬਾ ਜੀ ਦੇ ਸਮੇਂ ਨਾਲ ਹੀ ਮਿਲ ਜਾਣਾ। ਫਿਰ ਜਦੋਂ ਬਾਬਾ ਜੀ ਦਾ ਅਸੀਂ ਜਗ੍ਹਾ ਬਣਾਉਣ ਲੱਗੇ ਤੇ ਬਾਬਾ ਜੀ ਕਹਿੰਦੇ ਨਾ ਬਈ ਅਸੀਂ ਨਹੀਂ ਬਣਾਉਣੀ, ਅਸੀਂ ਤਾਂ ਆਪਣੇ ਮਾਲਕ ਦਾ ਸਥਾਨ ਬਣਾਉਣਾ। 13 ਮੰਜ਼ਲਾ ਇਹ ਸਥਾਨ ਬਣੇਗਾ, ਸਾਡਾ ਆਪੇ ਹੀ ਵਿੱਚ ਬਣ ਜਾਵੇਗਾ। ਪਹਿਲਾਂ ਇਹ ਬਣਾਉਣਾ ਆਪਣੇ ਮਾਲਕ ਦਾ। ਕਿਉਂ? ਬਾਬਾ ਜੀ ਦਾ ਵਚਨ ਸੀ ਬਈ ਅਸੀਂ ਆਪਣੇ ਮਾਲਕ ਦਾ ਬਾਬਾ ਨੰਦ ਸਿੰਘ ਜੀ ਦਾ ਸਥਾਨ ਬਣਾਇਆ ਤੇ ਸਾਡਾ ਸਥਾਨ ਸਾਡਾ ਸੇਵਾਦਾਰ ਬਣਾਵੇਗਾ। ਕਲਯੁਗ ਨੇ ਕੋਸ਼ਿਸ਼ ਤਾਂ ਬੜੀ ਕੀਤੀ ਸੀ, ਬੜੀ ਕੋਸ਼ਿਸ਼ ਕੀਤੀ ਸੀ। ਗੋਲੀਆਂ ਵੀ ਚੱਲੀਆਂ, ਬੜਾ ਕੁਛ ਹੋਇਆ। ਤੇ ਕਈ ਇਹੋ ਜਿਹੇ ਲੋਕ ਸੀ ਕਮੀਨੇ ਖਿਆਲਾਂ ਦੇ, ਉਹ ਕਹਿੰਦੇ ਜੀ ਬਸ ਹੁਣ ਤਾਂ ਸਿੰਘ ਮਗਰ ਪੈ ਗਏ, ਹੁਣ ਕਿੱਥੇ ਛੱਡਣਾ ਹੈ, ਐਂ ਵੀ ਬੋਲਦੇ ਸੀ। ਪਰ ਬਾਬਾ ਜੀ ਕਿਰਪਾ ਕਰਦੇ ਸੀ ਭਾਈ। ਜਿਨ੍ਹਾਂ ਤੇ ਆਪਣੇ ਮਾਲਕ ਦੀ ਕਿਰਪਾ ਹੋਵੇ ਉਹਨਾਂ ਦੇ ਵੱਲ ਨਹੀਂ ਕੋਈ ਝਾਕ ਸਕਦਾ। ਉਹਨਾਂ ਤੇ ਕਿਹਦੀ ਕਿਰਪਾ ਸੀ? ਬਾਬਾ ਨਰਾਇਣ ਸਿੰਘ ਜੀ ਤੇ ਬਾਬਾ ਈਸਰ ਸਿੰਘ ਜੀ ਮਹਾਰਾਜ ਦੀ ਕਿਰਪਾ ਸੀ। ਬਾਬਾ ਜੀ ਨੇ ਬੁੱਕਲ ਵਿੱਚ ਲੈ ਕੇ ਰੱਖਿਆ ਸੀ ਬਾਬਾ ਜੀ ਨੂੰ। ਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ, ਅੱਜ ਉਹਨਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਪਹਿਲਾਂ ਉੱਥੇ ਨਗਰ ਕੀਰਤਨ ਨਿਕਲੇ ਆ ਬਾਬਾ ਈਸਰ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ। ਤੇ ਬਾਬਾ ਜੀ ਦੀ ਵਰਸੀ ਜਿਵੇਂ ਜਨ ਮਰਨ ਤੂੰ ਮੈਂ ਨਾਹੀ, ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸੋਂ ਲੈਣ ਮਲਾਏ, ਜਿਹਾ ਮਨੋਰਥ ਕਰ ਅਰਾਧਾ, ਸੋ ਸੰਤਨ ਤੇ ਪਾਵੈ। ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ। ਬਾਬਾ ਜੀ ਕੋਲ ਕੋਈ ਵੀ ਆਇਆ ਹੋਊਗਾ, ਬਾਬਾ ਜੀ ਨੇ ਕਿਸੇ ਨੂੰ ਖਾਲੀ ਨਹੀਂ ਜਾਣ ਦਿੱਤਾ। ਸਭ ਦੀਆਂ ਝੋਲੀਆਂ ਭਰੀਆਂ ਬਾਬਾ ਜੀ ਨੇ। ਅੱਜ ਬਾਹਰ ਵੀ ਦੁਨੀਆ ਬੈਠੀ ਹੈ, ਸੰਗੀ ਸਾਥੀ ਬੈਠੇ ਆ,
ਬਾਬਾ ਜੀ ਕੀ ਚੀਜ਼ ਸੀ ਬਾਬਾ ਈਸਰ ਸਿੰਘ ਜੀ ਮਹਾਰਾਜ? ਉਹ ਸਾਡੇ ਗੁਰੂ ਸੀ। ਕਈ ਇਸ ਗੱਲ ਤੋਂ ਝਿਜਕਦੇ ਐ, ਕਹਿੰਦੇ ਆ ਗੁਰੂ ਨਹੀਂ ਕਹਿਣਾ। ਨਹੀਂ, ਗੁਰੂ ਕਿਹਨੂੰ ਕਿਹਾ? ਜਿਹੜਾ ਗੁਰ ਦਿੰਦਾ, ਜਿਹੜਾ ਕੋਈ ਸਾਨੂੰ ਕੋਈ ਰਸਤੇ ਪਾਉਂਦਾ ਉਹਨੂੰ ਕਿਹਾ। ਤੇ ਬਾਬਾ ਜੀ ਨੇ ਕਿਹਦੇ ਲੜ ਲਾਇਆ? ਸਤਿਗੁਰੂ ਦੇ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਕੀ ਉਹ ਲੋਕ ਡੋਲੇ ਆ? ਉਹਨਾਂ ਦਾ ਕਿੰਨਾ ਮਨ ਅਨੰਤ ਹੈ। ਬਾਬਾ ਜੀ ਨੇ ਸਨ 63 ਤੋਂ ਚੋਲਾ ਬਦਲਿਆ। ਬੜੀਆਂ ਹਵਾਵਾਂ ਵਗੀਆਂ, ਕੱਚੀਆਂ ਪਿੱਲੀਆਂ, ਮਾੜੀਆਂ ਹਵਾਵਾਂ ਬੜੀਆਂ ਵਗੀਆਂ, ਪਰ ਬਾਬਾ ਜੀ ਨੇ ਆਪਣੇ ਸੇਵਾਦਾਰਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਰੱਖਿਆ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਜਨ ਨਾਨਕ ਹਰ ਕਾ ਦਾਸ ਹੈ। ਗੁਰ ਸਤਿਗੁਰ, ਪਹਿਲਾਂ ਗੁਰੂ ਦਾ ਨਾਮ ਆਉਂਦਾ। ਗੁਰ ਸਤਿਗੁਰ ਕੇ ਗੋਲ ਗੋਲੇ। ਕਿਹਦੇ ਗੋਲ ਗੋਲੇ? ਸਤਿਗੁਰੂ ਦੇ। ਪਹਿਲਾਂ ਆਪਣੇ ਮੁਰਸ਼ਦ ਦੇ, ਜਿਹਨੇ ਸਾਨੂੰ ਜੋੜਿਆ, ਫਿਰ ਸਤਿਗੁਰੂ ਦੇ। ਸਤਿਗੁਰ ਕੇ ਗੋਲ ਗੋਲੇ। ਸਤਿਗੁਰ ਕੀ ਸੇਵਾ ਸਫਲ ਹੈ। ਕਿਹੜੀ ਸਫਲ ਹੈ? ਜਿਹਦੇ ਵਿੱਚ ਹਉਮਾ ਨਾ ਹੋਵੇ। ਜੇ ਹਉਮਾ ਆ ਗਈ, ਹੰਕਾਰ ਆ ਗਿਆ, ਲੈ ਮੈਂ ਹੁਣ ਬਾਬਾ ਬਣ ਗਿਆ, ਅੰਦਰ ਭਾਵਾਂ ਸੁੱਖ ਨਾਲ ਕਾਲਾ ਹੀ ਹੋਵੇ, ਲੈ ਹੁਣ ਮੇਰੇ ਵਰਗਾ ਕੌਣ ਹੈ, ਤੇ ਮੈਂ ਤਾਂ ਪੂਜਿਆ ਗਿਆ ਦੁਨੀਆ ਵਿੱਚ। ਬੜੇ ਦੁਨੀਆ ਤੇ ਇਹੋ ਜਿਹੇ ਗ੍ਰੰਥੀ ਆ, ਪਰ ਬਾਬਾ ਜੀ ਨੇ ਕੀ ਵਚਨ ਕਿਹਾ? ਬਾਣੀ ਹੈ ਬਾਬਾ ਜੀ ਦੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ। ਹਉਮਾ ਵਿੱਚੋਂ ਜਾਏ। ਮਨ ਚਿੰਦਿਆ ਫਲ ਕਦੋਂ ਮਿਲਦਾ? ਜਦੋਂ ਵਿੱਚੋਂ ਹਉਮਾ ਚਲੀ ਗਈ। ਜੇ ਹਉਮਾ ਨਹੀਂ ਗਈ, ਹਉਮਾ ਦਾ ਕੀੜਾ ਅੰਦਰ ਹੀ ਤੁਰਿਆ ਫਿਰਦਾ, ਫੇਰ ਨਹੀਂ ਮਨ ਚਿੰਦਿਆ ਫਲ ਪਾ ਸਕਦਾ। ਫੇਰ ਤਾਂ ਰੋਟੀਆਂ ਕਾਰਨ ਪੂਰੇ ਤਾਲ ਹੀ ਹੈ, ਸਮਾਂ ਹੀ ਪਾਸ ਕਰਦਾ ਨਾ ਭਾਈ। ਬਾਬਾ ਜੀ ਨੇ ਐਸੀ ਮਹਾਨ ਸੇਵਾ ਕੀਤੀ। ਤੇ ਹੁਣ ਬਾਬਾ ਜੀ ਬਾਹਰ ਜਾਂਦੇ ਸੀ, ਕਿੰਨੀਆਂ ਕਿੰਨੀਆਂ ਜਗ੍ਹਾ ਤੇ ਜਾਂਦੇ ਸੀ। ਕਾਫੀ ਟਾਈਮ ਬਾਬਾ ਜੀ 10 20 ਦਿਨ ਤੇ ਕਲਕੱਤੇ ਕੰਨੀ ਮਹੀਨਾ ਮਹੀਨਾ ਵੀ ਰਹਿ ਆਉਂਦੇ ਸੀ। ਤੇ ਮਗਰੋਂ ਸੇਵਾ ਕੌਣ ਕਰਦਾ ਸੀ? ਬਾਬਾ ਜੀ ਦੇ ਭਿੰਗਮ ਹੁੰਦੇ ਸੀ, ਸੇਵਾਦਾਰ ਹੁੰਦੇ ਸੀ। ਬਾਬਾ ਜੀ ਜਿਵੇਂ ਜਿਹਦੀ ਚਾਹੋਂ ਡਿਊਟੀ ਲਾ ਦਿੰਦੇ ਸੀ, ਫਲਾਨਾ ਬੰਦਾ ਜਾ ਕੇ ਭਾਈ ਹੁਕਮਨਾਮਾ ਲਵੇਗਾ। ਪਰ ਬਾਅਦ ਵਿੱਚ ਬਾਬਾ ਕੁੰਦਨ ਸਿੰਘ ਜੀ ਦੀ ਡਿਊਟੀ ਲਾਈ, ਉਹ ਸੇਵਾ ਕਰਨਗੇ। ਜਦੋਂ ਬਾਬਾ ਜੀ ਨੇ ਚੋਲਾ ਬਦਲਿਆ ਸੀ, ਉਦੋਂ ਵੀ ਉਹੀ ਸੇਵਾ ਕਰਦੇ ਸੀ। ਇਸ ਤਰ੍ਹਾਂ ਭਾਈ ਜਿਹੜੀਆਂ ਡਿਊਟੀਆਂ, ਹੁਣ ਉਹਨਾਂ ਨੇ ਸਾਰੀ ਉਮਰ ਡਿਊਟੀ ਨਿਭਾਈ। ਬਾਬਾ ਕੁੰਦਨ ਸਿੰਘ ਜੀ ਨੇ ਹੁਕਮਨਾਮੇ ਦੀ ਡਿਊਟੀ ਸਾਰੀ ਉਮਰ ਨਿਭਾਈ। ਉਹ ਢਿੱਲੇ ਮੱਠੇ ਵੀ ਰਹਿੰਦੇ ਸੀ, ਫਿਰ ਵੀ ਉਹਨਾਂ ਨੂੰ ਸਬਰ ਨਹੀਂ ਸੀ। ਕਹਿੰਦੇ ਸੀ ਮੈਨੂੰ ਲੈ ਕੇ ਚੱਲੋ ਉੱਤੇ। ਉਹਨਾਂ ਦੇ ਮਨ ਦੇ ਵਿੱਚ ਖਿੱਚ ਬਣੀ ਹੁੰਦੀ ਸੀ। ਬਾਬਾ ਜੀ ਕਹਿੰਦੇ ਸੀ ਡਿਊਟੀ ਇਹੋ ਜੀ ਚੀਜ਼ ਹੈ। ਸਾਡੇ ਭਾਈ ਕੇਰ ਸੋਹਣੀ ਹੁੰਦੇ ਸੀ, ਉਹਨਾਂ ਨੇ 2.5 ਘੰਟੇ ਕੀਰਤਨ ਕਰਨਾ। ਹੁਣ ਵਾਲੇ ਤਾਂ ਲੋਕ ਹੋਰ ਹੀ ਢੰਗਾਂ ਨਾਲ ਕੀਰਤਨ ਕਰਦੇ ਆ, ਐਵੇਂ ਘੰਟਾ ਕਸਨੀਆਂ ਕਰੀ ਜਾਂਦੇ ਆ। ਉਹਨਾਂ ਨੂੰ ਕੀ ਹੁਕਮ ਸੀ ਬਾਬਾ ਈਸਰ ਸਿੰਘ ਜੀ ਦਾ? ਬਈ ਕੇਰ ਸਿਆ ਕੀਰਤਨ ਅਖੰਡ ਕੀਰਤਨ ਕਰਨਾ, ਜਿਵੇਂ ਮੋਹਲੇ ਧਾਰ ਮੀਂਹ ਪੈਂਦਾ ਐ ਕੀਰਤਨ ਕਰਨਾ। ਉਹਨਾਂ ਦੀ ਇੱਕ ਅਰਦਾਸ ਸੀ, ਦਾਸ ਨੂੰ ਵੀ ਇਹ ਬਚਨ ਉਹਨੇ ਦੱਸਿਆ ਸੀ। ਉਹ ਕਹਿੰਦੇ ਸੀ ਬਸ ਮੇਰੀ ਤਾਂ ਇੱਕੋ ਹੀ ਗੱਲ ਹੈ,
ਹੁਣ ਤਾਂ ਜਿਵੇਂ ਕਾਲਾ ਸਿਆਂ ਉਹ ਇਦਾਂ ਦੇ ਵਿਚਾਰੇ ਗੱਲ ਕਰਦੇ ਸੀ। ਇੱਥੇ ਕਿਹਨਾਂ ਮੋਢੇ 'ਚ ਉਹਨਾਂ ਦੇ ਇੱਕ ਖਬਰਾਂ ਜੀਆਂ ਵਾਲਾ ਰੇਡੂਆ ਪਾਇਆ, ਇੱਧਰ ਕੌਂਕਿਆਂ ਵਾਲੇ ਪਾਸੇ ਜਾਣ ਸਾਨੂੰ ਮਿਲ ਗਏ। ਤੇ ਉਹਨਾਂ ਦਾ ਸੁਭਾਅ ਬਣਿਆ ਸੀ ਪੈਰੀਂ ਹੱਥ ਲਾਉਣਾ, ਅਸੀਂ ਨਹੀਂ ਸੀ ਉਹਨਾਂ ਤੋਂ ਲਵਾਉਂਦੇ। ਮੈਂ ਕਿਹਾ ਤੁਸੀਂ ਕਿੱਡਾ ਵੱਡਾ ਕੀਰਤਨ ਕਰਦੇ ਹੋ। ਬਾਬਾ ਜੀ ਕਹਿੰਦੇ ਆ ਕਲਯੁਗ ਵਿੱਚ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਤੁਹਾਡੀ ਐਡੀ ਮਹਾਨ ਸੇਵਾ ਹੈ ਤੇ ਤੁਸੀਂ ਸਾਡੇ ਜਵਾਕਾਂ ਦੇ ਏਦਾਂ ਪੈਰੀਂ ਹੱਥ ਲਾਉਨੇ ਹੋ, ਅਸੀਂ ਨਹੀਂ ਲਵਾਉਣੇ। ਤੇ ਮੈਨੂੰ ਕਹਿੰਦੇ ਕਿ ਕਾਲਾ ਸਿਆ ਮੇਰੀ ਤਾਂ ਇੱਕੋ ਹੀ ਅਰਦਾਸ ਹੈ ਬਈ ਬਾਬਾ ਜੀ ਆਏ ਮੈਨੂੰ ਕੀਰਤਨ ਕਰਦੇ ਨੂੰ ਹੀ ਚਰਨਾਂ ਚ ਲੈ ਜੀ, ਇਹ ਕਹਿੰਦੇ ਸੀ। ਤੇ ਦੇਖ ਲਓ ਉਹਨਾਂ ਨੇ ਆਪਣਾ ਬਚਨ ਪੂਰਾ ਨਿਭਾ ਦਿੱਤਾ। ਨਿਭਾਇਆ ਤਾਂ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਹੈ, ਪਰ ਉਹਨਾਂ ਦੇ ਮੁਖਾਰ ਵਿੱਚੋਂ ਇਹ ਕੁਹਾਇਆ ਸੀ। ਤੇ ਬਾਜੇ ਤੇ ਕੀਰਤਨ ਕਰਦੇ ਹੀ ਅੰਮ੍ਰਿਤ ਵੇਲੇ ਚੋਲਾ ਬਦਲ ਗਏ। ਇਹ ਤਾਂ ਜਿਹੜਾ ਦੁਨੀਆ ਤੇ ਆਇਆ, ਕੋਈ ਮਤ ਕਹੇ ਮੈਂ ਲੱਤਾਂ ਨਸਾਲ ਕੇ ਬੈਠਾ ਰਹਿਣਾ, ਨਹੀਂ, ਜਾਣਾ ਸਭ ਨੇ ਹੈ। ਕੋਈ ਵੱਡਾ ਕੋਈ ਛੋਟਾ, ਆਪਣੇ ਆਪਣੇ ਟਾਈਮ ਅਨੁਸਾਰ ਸਭ ਨੇ ਦੁਨੀਆ ਤੋਂ ਜਾਣਾ ਹੈ। ਪਰ ਬਾਬਾ ਜੀ ਕਹਿੰਦੇ ਸੀ ਕਿੰਨਾ ਕੁ ਨੇੜੇ ਵੇਖਣਾ ਮੌਤ ਨੂੰ। ਕਿਤੇ ਗੁਰੂ ਨਾਨਕ ਸਾਹਿਬ ਜਾ ਰਹੇ ਆ, ਬਾਲੇ ਨੂੰ ਪੁੱਛਿਆ ਮਰਦਾਨੇ ਨੂੰ, ਉਹ ਕਹਿੰਦਾ ਮਹਾਰਾਜ ਕੀ ਪਤਾ ਕਰਮ ਟੱਪੀ ਜਾਵੇ ਕਿ ਨਾ, ਦਿਹਾੜੀ ਨਿਕਲੇ ਕਿ ਨਾ। ਫਿਰ ਬਾਲੇ ਨੂੰ ਪੁੱਛਿਆ, ਉਹ ਕਹਿੰਦੇ ਮਹਾਰਾਜ ਕੀ ਪਤਾ ਕਰਮ ਗਾਂ ਜਾਇਆ ਜਾਵੇ ਕਿ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਤੁਸੀਂ ਹਜੇ ਵੀ ਦੂਰ ਹੋ। ਤੇ ਫਿਰ ਕਹਿੰਦੇ ਮਹਾਰਾਜ ਆਪ ਕਿਰਪਾ ਕਰੋ। ਗੁਰੂ ਸਾਹਿਬ ਕਹਿੰਦੇ ਜਿਹੜਾ ਫੁੱਟ ਕੁ ਦੂਰ ਸਾਹ ਨਿਕਲਦਾ ਨਾ ਅੰਦਰੋਂ, ਕੀ ਪਤਾ ਦੁਬਾਰੇ ਅੰਦਰ ਜਾਵੇ ਕਿ ਨਾ ਜਾਵੇ। ਇੰਨਾ ਨੇੜੇ ਵੇਖਦੇ ਸੀ। ਬਾਬਾ ਜੀ ਬਾਣੀ ਅੰਦਰ ਵੀ ਕਿਰਪਾ ਕਰਦੇ ਆ, ਨੇੜੇ ਵੇਖਿਆ ਬੁਰਾ ਕਿਉਂ ਕਰਾਂ। ਉਹ ਫਿਰ ਬੰਦਾ ਬੁਰਾ ਨਹੀਂ ਸੋਚਦਾ। ਬੁਰਾ ਕੌਣ ਸੋਚਦਾ? ਜਿਹੜਾ ਕਹਿੰਦਾ ਬਾਹਰ ਡਾਲਿਆ ਹੁਣ ਕਿਹੜਾ ਮੈਨੂੰ ਕੋਈ ਵੇਖਦਾ। ਪਰ ਰੱਬ ਤਾਂ ਸਾਰੇ ਥਾਂ ਹੀ ਵੇਖਦਾ, ਉਹ ਤਾਂ ਦਿਨ ਦੇ ਲੈਣੇ ਪੈਂਦੇ ਆ ਜੀਵ ਨੂੰ। ਤੇ ਇਸ ਲਈ ਗੁਰਮੁਖ ਪਿਆਰਿਓ, ਸਾਡੇ ਬਾਬਾ ਜੀ ਬਾਬਾ ਈਸਰ ਸਿੰਘ ਜੀ ਮਹਾਰਾਜ, ਬਾਬਾ ਨਰਾਇਣ ਸਿੰਘ ਜੀ ਮਹਾਰਾਜ ਇਸ ਇਲਾਕੇ ਦੇ ਮਹਾਪੁਰਸ਼। ਤੇ ਇਸ ਤਰ੍ਹਾਂ ਭਾਈ ਆਹ ਸਥਾਨ ਬਾਬਾ ਆਨੰਦ ਸਿੰਘ ਜੀ, ਉਹ ਝੋਲਣਾ 13 ਮੰਜ਼ਲਾ ਬਾਬਾ ਈਸਰ ਸਿੰਘ ਜੀ, ਮਾਣੂ ਕੇ ਸਥਾਨ ਬਾਬਾ ਨਰਾਇਣ ਸਿੰਘ ਜੀ। ਤੇ ਇਹ ਭਾਈ ਮਹਾਪੁਰਸ਼ਾਂ ਦੇ ਸਥਾਨ ਹੈ। ਇਸ ਤਰ੍ਹਾਂ ਅੱਜ ਬਾਬਾ ਜੀ ਦਾ ਇਹ ਵਰਸੀ ਦਾ ਦਿਹਾੜਾ ਸਮਾਗਮ ਇੱਥੇ ਵੀ ਮਨਾਇਆ ਜਾ ਰਿਹਾ ਹੈ। 30 ਪਾਠਾਂ ਦੇ ਕੱਲ ਨੂੰ ਅਰਦਾਸ ਹੋਵੇਗੀ। ਖੰਡ ਪਾਠ ਪਰ ਆਰੰਭ ਹੈ ਤੇ ਇਸ ਕੱਲ ਨੂੰ ਭੋਗ ਪੈਣਗੇ 10-11 ਵਜੇ। ਤੇ ਇਸ ਤਰ੍ਹਾਂ ਰਾਗੀ ਸਿੰਘ ਵੀ ਹੋਰ ਗੁਰਮੁਖ ਪਿਆਰੇ ਕੀਰਤਨ ਕਰਨਗੇ। ਫਿਰ ਸਾਡਾ ਵੀ ਸਾਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਵੀ ਟਾਈਮ ਲਾਓ। ਮੈਂ ਕਿਹਾ ਚਲੋ ਬਈ ਆਪਾਂ ਵੀ ਚੱਲ ਵੜਦੇ ਆ। ਤੇ ਇਸ ਤਰ੍ਹਾਂ ਭਾਈ ਇਹ ਜਿਹੜਾ ਸਮਾਂ ਹੈ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਤੇ ਬੜਾ ਸੋਹਣਾ ਆਨੰਦ ਵੱਜਿਆ। ਆਹ ਦੇਖੋ ਦਰਬਾਰ ਕਿੰਨੀ ਸੋਹਣੀ ਜਗ੍ਹਾ ਬਣ ਗਈ। ਇਹ ਵੀ ਭਾਈ ਸੋਹਣਾ ਲੱਗਦਾ ਹੈ। ਸੱਚਾ ਤੇਰਾ ਦਰਬਾਰ, ਸੱਚਾ ਤੁਧ ਤਾਕਤ, ਵੱਡੀ ਹੂੰ ਵੱਡਾ, ਅਪਾਰ ਤੇਰਾ ਮਰਤਬਾ। ਇਹ ਜਗ੍ਹਾ ਸੁਹਾਵਣੀ ਕਿਉਂ ਹੈ? ਇੱਥੇ ਗੁਰੂ ਗ੍ਰੰਥ ਸਾਹਿਬ ਹੈ, ਕਥਾ ਕੀਰਤਨ ਹੋ ਰਿਹਾ ਹੈ, ਮਹਾਂਪੁਰਸ਼ਾਂ ਦੇ ਆਸਣ ਲੱਗੇ ਆ। ਇਹ ਜਗ੍ਹਾ ਤਾਂ ਸੁਹਾਵਣੀ ਹੈ। ਜੇ ਕੁਰਸੀਆਂ ਲੱਗੀਆਂ ਹੁਣ ਫੇਰ ਸੁਹਾਵਣੀ ਤੋੜੋ, ਫੇਰ ਤਾਂ ਕੋਠੀ ਦੀ ਸ਼ਕਲ ਹੋਵੇਗੀ। ਇਸ ਲਈ ਭਾਈ ਬਾਬਾ ਜੀ ਦੀਆਂ ਮਾਰਾਂ ਮਾਰੀਆਂ, ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸੋਹਣਾ ਸਥਾਨ ਬਣਾਇਆ। ਆ ਅੰਦਰ ਆਸਣ ਵਾਲੀ ਜਗ੍ਹਾ ਹੈ,
ਅੱਗੇ ਪਹਿਲਾਂ ਕੱਚੀ ਜਗ੍ਹਾ ਹੁੰਦੀ ਸੀ, ਇੱਟਾਂ ਲੱਗੀਆਂ ਹੁੰਦੀਆਂ ਸੀ, ਹੁਣ ਕਿੰਨੀ ਸੋਹਣੀ ਜਗ੍ਹਾ ਬਣ ਗਈ, ਕਿੰਨਾ ਪਿਆਰਾ ਸੋਹਣਾ ਵਿਹੜਾ। ਤੇ ਇਸ ਤਰ੍ਹਾਂ ਭਾਈ ਸਾਡਾ ਸੇਵਾਦਾਰ ਆਗਿਆਪਾਲ ਜੀ ਹੋਣੀ ਲੱਗੇ ਰਹਿੰਦੇ ਆ ਤੇ ਇਹਨਾਂ ਨੇ ਬਹੁਤ ਸੇਵਾ ਕਰਦੇ ਆ, ਨਾਲ ਇਹਨਾਂ ਦੇ ਹੋਰ ਬੱਚੇ ਵੀ ਆ। ਤੇ ਇਸ ਤਰ੍ਹਾਂ ਭਾਈ ਸੱਚਖੰਡ ਦੀ ਸੇਵਾ ਗੁਰਜੀਤ ਸਿੰਘ ਹੋਣੀ ਕਰਦੇ ਆ। ਤੇ ਇਹ ਜਿਹੜੀਆਂ ਸੇਵਾਵਾਂ ਬਾਬਾ ਜੀ ਕਹਿੰਦੇ ਭਾਗਾਂ ਨਾਲ ਹਿੱਸੇ ਵਿੱਚ ਆਉਂਦੀਆਂ। ਜਿਹੜਾ ਬੰਦਾ ਮਨ ਲਾ ਕੇ ਕਰਦਾ ਉਹਨੂੰ ਫਿਰ ਕੋਈ ਘਾਟਾ ਨਹੀਂ, ਉਹ ਤੇ ਬਾਬਾ ਜੀ ਦੀ ਪ੍ਰਸੰਨਤਾ ਰਹਿੰਦੀ ਹੈ। ਸਾਡੇ ਰਾਗੀ ਸਿੰਘ ਹੈ, ਜਿਵੇਂ ਭਾਈ ਸੇਵਾ ਸਿੰਘ ਹੋਣੀ ਹੈ, ਭਾਈ ਗੁਰਮੇਲ ਸਿੰਘ ਹੋਣੀ ਹੈ, ਉਹ ਸਵੇਰੇ ਆਸਾ ਦੀ ਪਾਰ ਪੜ੍ਹਦੇ ਆ, ਸੇਵਾ ਸਿੰਘ 1.5 ਘੰਟਾ ਫਿਰ ਕੀਰਤਨ ਕਰਦਾ ਹੈ। ਤੇ ਇਸ ਤਰ੍ਹਾਂ ਕਥਾ ਕਰਦਾ ਭਾਈ ਨਿਰਮਲ ਸਿੰਘ ਨਿੰਮਾ। ਤੇ ਇਸ ਤਰ੍ਹਾਂ ਸਾਡੇ ਮੁੰਡੇ ਜਿਵੇਂ ਹੁਣ ਕੀਰਤਨ ਕਰਦੇ ਆ। ਜਿੰਨੇ ਵੀ ਇੱਥੇ ਰਹਿਣ ਵਾਲੇ ਵਿਹੰਗਮ ਹੈ ਬਾਬਾ ਜੀ ਦੇ ਚਰਨਾਂ ਵਿੱਚ, ਇਹ ਸਾਰੀ ਸੇਵਾ ਕਿਹਦੀ ਹੈ, ਡਿਊਟੀਆਂ ਕਿਹਦੀਆਂ ਦਿੱਤੀਆਂ ਵੀਆਂ। ਇਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦੀਆਂ ਡਿਊਟੀਆਂ ਬਖਸ਼ੀਆਂ ਹੋਈਆਂ, ਉਹਨਾਂ ਦੀ ਸੇਵਾ ਬਖਸ਼ੀ ਹੋਈ ਹੈ। ਇਸ ਸੇਵਾ ਨੂੰ ਚਿੱਤ ਲਾ ਕੇ ਕਰਨਾ, ਤੇ ਜਿਹੜਾ ਚਿੱਤ ਲਾ ਕੇ ਕਰੇਗਾ, ਇਸੇ ਲਈ ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮਾ ਵਿੱਚੋਂ ਜਾਏ। ਫਿਰ ਬਾਬਾ ਜੀ ਕਹਿੰਦੇ ਸੀ ਹਉਮਾ ਦਾ ਕੀੜਾ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਭਾਗਾਂ ਵਾਲਿਓ, ਅਸੀਂ ਹੁਣ ਸਮਾਪਤੀ ਕਰੀਏ।